ਅੱਗੇ ਮੂਵਮੈਂਟ ਆਉਂਦੇ ਸੀ, ਕੋਈ ਇੱਕ ਵਰਗ ਦੀ ਸੀ, ਕੋਈ ਇੱਕ ਵਿਚਾਰਧਾਰਾ ਦੀ ਸੀ, ਕੋਈ ਇੱਕ ਗੱਲ ਦੀ ਸੀ। ਇਹ ਗੁਲਦਸਤੇ ਦੀ ਤਰ੍ਹਾਂ ਮੂਵਮੈਂਟ ਹੈ। ਇੱਥੇ ਜਿਹੜੇ ਮਤਲਬ ਹਾਰਡਕੋਰ ਇੱਕ ਐਂਗਲ ਤੋਂ ਲੈ ਕੇ ਨਰਮ ਤੋਂ ਨਰਮ ਦੂਜੇ ਐਂਗਲ ਤੱਕ ਜਿਹੜਾ ਸਾਰਾ ਇਕੱਠਾ ਦਿਖਾਈ ਦਿੰਦਾ ਹੈ। ਇੱਥੇ ਲਾਲ ਝੰਡਾ, ਇੱਥੇ ਕੇਸਰੀ ਨਿਸ਼ਾਨ, ਇੱਥੇ ਹੁੱਕਾ ਵੀ ਪਿਆ, ਇੱਥੇ ਬਾਕੀ ਚੀਜ਼ਾਂ ਵੀ ਪਈਆਂ ਨੇ। ਲਾਈਨ ਇਹ ਕਲੀਅਰ ਹੋ ਗਈ ਕਿ ਕੇਵਲ ਮੋਦੀ ਨਹੀਂ ਹੈ, ਮੋਦੀ ਦੇ ਪਿੱਛੇ ਬਹੁਤ ਬੜੀ ਤਾਕਤ ਹੈ, ਜਿਹੜੀ ਫਾਈਨਾਂਸ ਕੈਪੀਟਲ ਦੀ ਤਾਕਤ ਹੈ, ਜਿਹੜੀ ਅੱਜ ਦੀ ਦੁਨੀਆ ਦੀ ਬੜੀ ਵੱਡੀ ਤਾਕਤ ਦਿਖਾਈ ਦਿੰਦੀ ਹੈ। ਇਸ ਕਰਕੇ ਉਹਨੂੰ ਸਮਝ ਆ ਗਿਆ ਕਿ ਲੜਾਈ ਵੱਡੀ ਹੈ, ਲੰਮੀ ਲੜਾਈ 'ਚ ਦ੍ਰਿੜਤਾ ਵੀ ਚਾਹੀਦੀ ਹੈ, ਸਬਰ ਸੰਤੋਖ ਵੀ ਚਾਹੀਦਾ ਤੇ ਪੀਸਫੁਲ ਲੜਾਈ ਚਾਹੀਦੀ ਹੈ। ਇਹ ਉਹਨੂੰ ਫੰਡਾ ਸਮਝ ਆ ਗਿਆ। ਹੁਣ ਉਹਨੂੰ ਭੜਕਾਉਣ ਦੀ ਵੀ ਕੋਈ ਕੋਸ਼ਿਸ਼ ਕਰਦਾ, ਉਹ ਕਹਿੰਦਾ ਸਾਡੇ ਸਮਝ ਆ ਗਿਆ, ਤੂੰ ਜੋ ਮਰਜ਼ੀ ਕਰਦਾ ਕਰ, ਅਸੀਂ ਇਸੇ ਤਰੀਕੇ ਨਾਲ ਚੱਲਾਂਗੇ। ਮਤਲਬ ਇਹ ਤਿੰਨ ਕਾਨੂੰਨ ਨਹੀਂ ਹੈ, ਇਹ ਸਮਾਜਿਕ ਇਨਸਾਫ ਦਾ ਵੀ ਅੰਦੋਲਨ ਹੈ। ਇਹ ਦਲਿਤ ਨੂੰ ਵੀ ਗਲਵਕੜੀ ਪਾਉਣਾ ਚਾਹੁੰਦਾ ਹੈ, ਇਹ ਵੂਮੈਨ ਨੂੰ ਵੀ ਨਾਲ ਲਿਆ ਕੇ ਸਟੇਜ ਤੱਕ ਲਿਆਉਣਾ ਚਾਹੁੰਦਾ ਹੈ। ਇਹ ਹਰ ਕਿਸਮ ਦੀ ਗੈਰ ਬਰਾਬਰੀ ਦੇ ਵੀ ਖਿਲਾਫ ਮੈਸੇਜ ਦੇ ਰਿਹਾ। ਪਿੰਡ ਹਮੇਸ਼ਾ ਹੀ ਸੱਭਿਅਤਾ ਦੇ ਤੌਰ ਤੇ ਜੜ੍ਹਾਂ ਨਾਲ ਜੁੜੇ ਮਨੁੱਖਾਂ ਦੀ ਧਰਤੀ ਹੈ ਤੇ ਜਿਹੜੀ ਚੀਜ਼ ਬੁਨਿਆਦੀ ਹੈ ਉੱਥੇ ਖੇਤੀਬਾੜੀ ਹੁੰਦੀ ਹੈ। ਖੇਤੀ ਤੇ ਦੂਜਾ ਬਿਜ਼ਨਸ ਮਿਲਾਇਆ ਨਹੀਂ ਜਾ ਸਕਦਾ। ਖੇਤੀ ਜਿੰਦਾ ਰਹਿਣ ਲਈ ਜ਼ਰੂਰੀ ਹੈ, ਬਾਕੀ ਸੁਵਿਧਾਵਾਂ ਨੇ, ਸੁਵਿਧਾਵਾਂ ਤੋਂ ਬਿਨਾਂ ਕੰਮ ਚੱਲ ਸਕਦਾ, ਜਿੰਦਾ ਰਹਿਣ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਆ ਸਾਂਝੀਵਾਲਤਾ ਦੇ ਪਿੰਡ ਜਿਹੜੇ ਵਸੇ ਹੋਏ ਨੇ, ਇਹ ਬਿਲਕੁਲ ਦੇ ਉਲਟ ਅਰਥ ਵਿਵਸਥਾ ਚਾਹੁੰਦੇ ਨੇ ਕਿ ਜ਼ਿੰਦਗੀ ਇਹੋ ਜਿਹੀ ਚਾਹੀਦੀ ਹੈ, ਚਾਹੇ ਛੱਪਰ 'ਚ ਹੀ ਹੋਏ। ਇਹੋ ਜਿਹੀ ਖੂਬਸੂਰਤ ਜ਼ਿੰਦਗੀ ਵਰਗਾ ਕੁਝ ਨਹੀਂ ਹੈ। ਪੁਰਾਣੇ ਸਮੇਂ 'ਚ ਕਿਹਾ ਜਾਂਦਾ ਸੀ ਜਥਾ ਰਾਜਾ ਤਥਾ ਪਰਜਾ, ਜਦੋਂ ਰਾਣੀਆਂ ਦੇ ਪੇਟੋਂ ਰਾਜੇ ਜਨਮ ਲੈਂਦੇ ਸੀ। ਅੱਜ ਕੱਲ੍ਹ ਜਮਹੂਰੀਅਤ 'ਚ ਕਿਹਾ ਜਾਂਦਾ ਜਥਾ ਪਰਜਾ ਤਥਾ ਰਾਜਾ। ਅੱਜ ਤੱਕ ਅਸੀਂ ਬੋਲਦੇ ਨਹੀਂ ਰਹੇ, ਇਸੇ ਕਰਕੇ ਉਹ ਰਾਜੇ ਸੀ। ਹੁਣ ਜਿਹੜੀ ਇਹ ਧਾਰੇ ਨੇ ਖੜੀ ਕਰਤੀ ਹੈ, ਉਹ ਰਾਜਾ ਰਹੇ, ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਪੰਜਾਬ, ਕਰਨਾ ਵੀ ਚਾਹੀਦਾ ਸੀਗਾ, ਪਰ ਅੱਜ ਇੱਕ ਅਜਿਹੇ ਪੱਤਰਕਾਰ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਖੇਤੀ ਕਾਨੂੰਨਾਂ ਤੋਂ ਪਹਿਲਾਂ ਵੀ ਖੇਤੀ ਦੀ ਗੱਲ ਕਰਦੇ ਆਏ ਆ, ਪਿੰਡ ਦੀ ਗੱਲ ਕਰਦੇ ਆਏ ਆ। ਇਹ ਜੋ ਖੇਤੀ ਕਾਨੂੰਨ ਆ, ਇਹ ਅਸਲ ਦੇ ਵਿੱਚ ਸਾਡੇ ਪਿੰਡ ਦੇ ਉਹ ਸੈਟਅਪ, ਸਾਡੇ ਪਿੰਡ ਦਾ ਉਜਾੜਾ ਵੀ ਆ ਤੇ ਪਿੰਡ ਦਾ ਮਹੱਤਵ ਸਮਝਦੇ ਆ। ਹਮੀਰ ਸਿੰਘ ਸਾਡੇ ਨਾਲ ਨੇ। ਤੁਸੀਂ ਤੇ ਤੁਹਾਡਾ ਅਦਾਰਾ ਮਤਲਬ ਬਾਕਮਾਲ ਕੰਮ ਹੈ ਜੀ, ਪੂਰੇ ਡੈਡੀਕੇਟਡ ਹੋ ਇਸ ਦੇ ਪ੍ਰਤੀ। ਪਹਿਲੀ ਗੱਲ ਤਾਂ ਇਸ ਲਈ ਸਿਫਤ ਕਰਨੀ ਬਣਦੀ ਹੈ, ਸ਼ੁਕਰੀਆ ਤੁਹਾਡਾ ਕਿ ਤੁਸੀਂ ਇਸ ਢੰਗ ਨਾਲ ਕਵਰ ਕਰ ਰਹੇ ਹੋ ਜੀ। ਮਿਹਰਬਾਨੀ। ਤੇ ਤੁਸੀਂ ਆਏ ਹੋ, ਕਿਵੇਂ ਦੇਖ ਰਹੇ ਹੋ ਤੁਸੀਂ? ਅਸੀਂ ਤਾਂ ਹਰ ਬੰਦਾ ਉਹ ਆਪਦੀ ਐਨਕ ਨਾਲ ਦੇਖਦਾ, ਅਸੀਂ ਵੀ ਉਵੇਂ ਹੀ ਦੇਖਦੇ ਹਾਂ, ਹੈ ਨਾ, ਪਰ ਤੁਸੀਂ ਕਿਵੇਂ ਦੇਖਿਆ? ਕਿਉਂਕਿ ਬਹੁਤ ਵੱਡੀ ਮੂਵਮੈਂਟ ਹੈ, ਸਾਡੇ ਸਮਿਆਂ ਦੀ ਤਾਂ ਪਹਿਲੀ ਆ। ਤੁਸੀਂ ਤਾਂ ਇਦੋਂ ਪਹਿਲਾਂ ਵੀ ਦੇਖੀਆਂ ਹੋਣੀਆਂ, ਪਰ ਸਾਡੇ ਸਮਿਆਂ ਦੀ ਪਹਿਲੀ ਹੈ। ਤਾਂ ਤੁਸੀਂ ਕਿਵੇਂ ਦੇਖਿਆ? ਵੈਸੇ ਜੇ ਦੇਖਿਆ ਜਾਏ ਗੁਣਾਤਮਕ ਪੱਖ ਤੋਂ ਇਹ ਮੂਵਮੈਂਟ ਆਜ਼ਾਦੀ ਤੋਂ ਬਾਅਦ ਆਪਣੇ ਕਿਸਮ ਦੀ ਪਹਿਲੀ ਹੈ। ਉਦੋਂ ਪਹਿਲਾਂ ਇਹੋ ਜਿਹੀ ਮੂਵਮੈਂਟਾਂ ਹੋਈਆਂ ਨੇ ਬਹੁਤ, ਪਰ ਇਹ ਮੂਵਮੈਂਟ ਇਸ ਕਰਕੇ ਪਹਿਲੀ ਹੈ, 4-5 ਵਿਲੱਖਣਤਾਵਾਂ ਨੇ ਇਹਦੀਆਂ ਜਿਹੜੀਆਂ ਆਮ ਮੂਵਮੈਂਟਾਂ 'ਚ ਉਵੇਂ ਨਹੀਂ ਹੁੰਦੀਆਂ। ਇੱਕ ਤਾਂ ਅੱਗੇ ਮੂਵਮੈਂਟ ਆਉਂਦੇ ਸੀ, ਕੋਈ ਇੱਕ ਵਰਗ ਦੀ ਸੀ, ਕੋਈ ਇੱਕ ਵਿਚਾਰਧਾਰਾ ਦੀ ਸੀ, ਕੋਈ ਇੱਕ ਗੱਲ ਦੀ ਸੀ। ਇਹ ਗੁਲਦਸਤੇ ਦੀ ਤਰ੍ਹਾਂ ਮੂਵਮੈਂਟ ਹੈ। ਇੱਥੇ ਜਿਹੜੇ ਮਤਲਬ ਹਾਰਡਕੋਰ ਇੱਕ ਐਂਗਲ ਤੋਂ ਲੈ ਕੇ ਨਰਮ ਤੋਂ ਨਰਮ ਦੂਜੇ ਐਂਗਲ ਤੱਕ ਜਿਹੜਾ ਸਾਰਾ ਇਕੱਠਾ ਦਿਖਾਈ ਦਿੰਦਾ ਹੈ। ਇੱਥੇ ਲਾਲ ਝੰਡਾ, ਇੱਥੇ ਕੇਸਰੀ ਨਿਸ਼ਾਨ, ਇੱਥੇ ਹੁੱਕਾ ਵੀ ਪਿਆ, ਇੱਥੇ ਬਾਕੀ ਚੀਜ਼ਾਂ ਵੀ ਪਈਆਂ ਨੇ, ਔਰ ਸਾਰੀਆਂ ਚੀਜ਼ਾਂ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਇਸ ਮੂਵਮੈਂਟ ਦਾ ਸਭ ਤੋਂ ਬੜਾ ਜਿਹੜਾ ਖਾਸਾ ਹੈ ਉਹ ਇਹ ਹੈ ਕਿ ਇਹਨੇ ਜਿਹੜੇ ਧੜਿਆਂ 'ਚ ਵੰਡਤੇ ਸੀ ਪਿੰਡ ਪਾਰਟੀਆਂ ਨੇ, ਉਹ ਤੋਂ ਉੱਪਰ ਉੱਠ ਕੇ ਭਾਈਚਾਰਾ ਦੁਬਾਰਾ ਸਿਰਜਿਆ ਹੈ, ਭਾਈਚਾਰਕ ਸਾਂਝ ਦੁਬਾਰਾ ਸਿਰਜੀ ਹੈ। ਉਦੋਂ ਵੀ ਅਗਲੀ ਗੱਲ ਜਿਹੜੀ ਮੈਨੂੰ ਇਹ ਲੱਗਦਾ ਸਭ ਤੋਂ ਮਹੱਤਵਪੂਰਨ ਪਹਿਲੂ, ਜਿਹੜਾ ਪਿਛਲੇ 30 ਸਾਲ 'ਚ ਪੰਜਾਬ ਉੱਜੜ ਰਿਹਾ ਸੀ, ਜਿਹਦੇ ਬੱਚਿਆਂ ਨੇ ਇੱਕ ਐਸਕੇਪਿਸਟ ਰੂਟ ਲੈ ਲਿਆ ਸੀ ਕਿ ਆਪਣਾ ਸੋਚੋ, ਬਾਕੀ ਜਿੱਧਰ ਮਰਜ਼ੀ ਜਾਂਦਾ ਹੈ। ਉਹਦੇ ਸੁਪਨੇ 'ਚ ਹੀ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਯੂਕੇ ਉੱਧਰ ਭਰਤਾ ਸੀ। ਹਰ ਸਾਲ 1.5 ਲੱਖ ਬੱਚਾ ਜਾ ਰਿਹਾ, ਆਪਾਂ ਨੂੰ ਪਤਾ ਆਈਲੈਟਸ ਦੇ ਕਰਕੇ। ਤੇ ਕੁਝ ਨਸ਼ਿਆਂ 'ਚ ਚਲੇ ਗਏ ਸੀ, ਜਿਹੜੇ 5 ਲੱਖ ਬੰਦਾ ਵੋਟ ਕੇਂਦਰਾਂ ਦੇ ਵਿੱਚ ਹੁਣ ਵੀ ਰੋਜ਼ ਖੜਾ ਹੁੰਦਾ ਬੁਫਰੋਮੋਰਫਿਨ ਦੀ ਦਵਾਈ ਲੈਣ ਦੇ ਲਈ, ਗੋਲੀ ਮੂੰਹ 'ਚ ਪਵਾਉਣ ਦੇ ਲਈ। ਪਰ ਜਿਹੜਾ ਬਚਿਆ ਹੋਇਆ ਇੱਕ ਨੌਜਵਾਨ ਸੀ ਅਜੇ ਵੀ, ਇਹ ਜਿਵੇਂ ਪੰਜਾਬ ਦੇ ਵਿਰਸੇ 'ਚ ਨਾ ਬਾਰ-ਬਾਰ ਐ ਹੁੰਦਾ ਖਤਮ ਹੋ ਗਿਆ, ਦੁਬਾਰਾ ਫਿਰ ਖੜਾ ਹੋ ਜਾਂਦਾ। ਉਹਨੂੰ ਇੱਕ ਜ਼ਿੰਦਗੀ ਦਾ ਮਕਸਦ ਮਿਲ ਗਿਆ, ਉਹ ਨੌਜਵਾਨ ਨੂੰ। ਉਹਨੇ ਆਪਣੇ ਆਪ ਨੂੰ ਇਹ ਸਾਬਤ ਕੀਤਾ ਹੈ। ਔਰ ਜਿਹੜੇ ਦਿੱਲੀ ਹੁਣ 2 ਮਹੀਨੇ ਤੋਂ ਬੈਠੇ ਨੇ, ਉਹ ਮਨੁੱਖ ਨਹੀਂ ਹੈ ਜੋ 2 ਮਹੀਨੇ ਪਹਿਲਾਂ ਸੀ। ਇਹ ਚੇਂਜ ਕੀਤਾ ਹੋਇਆ ਮਨੁੱਖ ਹੈ ਅਖਲਾਕੀ ਤੌਰ ਤੇ। ਔਰ ਤੁਸੀਂ ਦੇਖੋ ਕਿ ਜਿੰਨਾ ਉਹ ਬੰਦਾ, ਉਹਦੀ ਨਫ਼ਰਤ ਚਲੀ ਗਈ ਹੈ, ਉਹਦਾ ਗੁੱਸਾ ਚਲਾ ਗਿਆ ਹੈ। ਨਫ਼ਰਤ ਦੀ ਜਗ੍ਹਾ ਮੁਹੱਬਤ ਹੈ, ਗੁੱਸੇ ਦੀ ਜਗ੍ਹਾ ਸਬਰ, ਸੰਤੋਖ ਤੇ ਦ੍ਰਿੜਤਾ ਹੈ।
ਜਿਹੜੀ ਉਹਦੇ ਵਿੱਚ ਆ ਚੁੱਕੀ ਹੈ। ਔਰ ਇਸੇ ਤਰੀਕੇ ਦੇ ਨਾਲ ਉਹ ਬੰਦਾ ਇਖਲਾਕੀ ਪੱਖ ਤੋਂ ਕਿੰਨਾ ਮਜ਼ਬੂਤ ਦਿਖਾਈ ਦਿੰਦਾ ਕਿ ਲੋਕਾਂ ਦੀਆਂ ਧੀਆਂ ਭੈਣਾਂ ਕੁੜੀਆਂ ਆਲੇ ਦੁਆਲੇ ਜਿਵੇਂ ਮਰਜ਼ੀ ਫਿਰਦੀਆਂ ਨੇ, ਉਹਨਾਂ ਨੂੰ ਸੁਰੱਖਿਅਤ ਮਹਿਸੂਸ ਹੁੰਦਾ ਉਹਨਾਂ ਦੀ ਹਾਜ਼ਰੀ ਦੇ ਵਿੱਚ। ਨਹੀਂ ਤਾਂ ਇਹ ਮਾਹੌਲ ਸਾਡੇ ਸਮਾਜ ਦਾ ਮਾਹੌਲ ਨਹੀਂ ਸੀਗਾ। ਇਸ ਤਰ੍ਹਾਂ ਇੱਕ ਵਿਲੱਖਣਤਾ ਇਹਦੀ ਹੈ। ਇੱਥੇ ਕੋਈ ਕਿਸੇ ਨੂੰ ਨਹੀਂ ਪੁੱਛਦਾ। ਸਾਂਝੀ ਵਾਲਤਾ ਦਾ ਜਿਹੜਾ ਇੱਕ ਸੱਦਾ ਹੈ, ਕੌਣ ਕਿੱਥੋਂ ਆਇਆ ਕੀ ਨਹੀਂ, ਸਾਰਾ ਆਪਣਾ ਆਪਣਾ ਲੋਕ ਆ ਜਾਂਦੇ ਨੇ ਬਿਨਾਂ ਕੁਝ ਵੀ ਲਏ। ਨਾ ਰਹਿਣ ਦਾ ਸੰਕਟ ਹੈ, ਨਾ ਸੌਣ ਦਾ ਸੰਕਟ ਹੈ, ਨਾ ਖਾਣ ਦਾ ਸੰਕਟ ਹੈ, ਨਾ ਕਿਸੇ ਟਾਈਪ ਦਾ ਕੋਈ ਸੰਕਟ ਨਹੀਂ ਹੈ। ਇਸ ਕਰਕੇ ਇਹ ਨਫ਼ਰਤ ਨੇ ਕੀ ਕੀਤਾ, ਜਦੋਂ ਉਹ ਬਾਰਡਰ ਤੋਂ ਆਏ ਨੇ ਟੱਪ ਕੇ, ਜਿਨ੍ਹਾਂ ਨੇ ਉਹਨਾਂ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ, ਜਿਨ੍ਹਾਂ ਨੇ ਬਾਕੀ ਦੇ ਅਥਰੂ ਗੈਸ ਦੇ ਗੋਲੇ ਛੱਡੇ, ਰੋਕਾਂ ਲਾਈਆਂ, ਉਹਨਾਂ ਨੂੰ ਵੀ ਲੰਗਰ ਛਕਾਉਂਦਾ ਮਤਲਬ ਭਾਈ ਘਨੱਈਏ ਦਾ ਰੂਪ ਦੁਬਾਰਾ ਦਿਖਾਈ ਦਿੱਤਾ। ਔਰ ਇਸੇ ਤਰ੍ਹਾਂ ਇੱਕ ਮੁਹੱਬਤ ਇਸ ਰੂਪ 'ਚ ਆ ਗਈ ਨੇ। ਪੰਜਾਬ ਤੇ ਹਰਿਆਣੇ ਦੀ ਵੀ ਮੁਹੱਬਤ ਸਿਰਜਤੀ, ਨਫ਼ਰਤ ਦੀ ਬਜਾਏ ਬੰਦੇ ਦੀ ਬੰਦੇ ਨਾਲ ਮੁਹੱਬਤ ਸਿਰਜਤੀ। ਮੈਨੂੰ ਇਹ ਲੱਗਦਾ ਕਿ ਇਸ ਕਰਕੇ ਕਿ ਜਿਹੜੀ ਹਿੰਦੂਤਵ ਦੀ ਇੱਕ ਪੋਲਿਟਿਕਸ ਸੀ, ਜਿਹੜੀ ਹਜੂਮੀ ਹਿੰਸਾ ਪੈਦਾ ਕਰਦੀ ਸੀ, ਇਹਨੇ ਸੰਗਤੀ ਰੂਪ ਦੇ ਵਿੱਚ ਮੁਹੱਬਤ 'ਚ ਇੱਕ ਪੈਰਲਲ ਵਰਤਾਰਾ ਖੜਾ ਕੀਤਾ ਹੈ। 3 ਕਾਨੂੰਨਾਂ ਤੱਕ ਸੀਮਤ ਨਹੀਂ ਹੈ। ਉਹ ਜਿਹੜੀ ਭੀੜ ਹੁੰਦੀ ਹੈ, ਕਿਹਾ ਜਾਂਦਾ ਕਿ ਭੀੜ ਦਾ ਲੈਵਲ ਉੱਥੇ ਚਲਾ ਜਾਂਦਾ ਜਿਹੜਾ ਸਭ ਤੋਂ ਨਲਾਇਕ ਆਦਮੀ ਉਸ ਭੀੜ 'ਚ ਹੁੰਦਾ ਹੈ। ਸਮੁੱਚੀ ਭੀੜ ਉਹਦੀ ਮਾਨਸਿਕਤਾ ਮੁਤਾਬਕ ਕੰਮ ਕਰਦੀ ਹੈ। ਸੰਗਤ ਦਾ ਤੇ ਸੈਮੀਨਾਰਾਂ ਦਾ ਜਿਹੜਾ ਬੌਧਿਕਤਾ ਦਾ ਅਸਰ ਹੁੰਦਾ ਹੈ, ਜਿਹੜਾ ਸਭ ਤੋਂ ਹਾਈਐਸਟ ਸੋਚ ਵਾਲਾ ਬੰਦਾ ਉਹ ਹੇਠਲੇ ਨੂੰ ਵੀ ਉੱਥੇ ਚੱਕ ਕੇ ਲੈ ਜਾਂਦਾ। ਇਹ ਸੰਗਤੀ ਰੂਪ ਦਿਖਾਈ ਦੇ ਰਿਹਾ ਜਿੱਥੇ ਇੱਕ ਮਿਕ ਹੋਇਆ ਦਿਖਾਈ ਦੇ ਰਿਹਾ। ਬਿਲਕੁਲ ਤੁਸੀਂ ਕਿਹਾ ਵੀ ਇੱਕ ਪਾਸੇ ਜਿਹੜੀ ਨਫ਼ਰਤ ਦੀ ਸਿਆਸਤ ਸੀ, ਉਹਦੇ ਬਰਾਬਰ ਹੁਣ ਇੱਕ ਮੁਹੱਬਤ ਦੀ, ਉਹ ਆਪਾਂ ਉਹਨੂੰ ਸਿਆਸਤ ਨਹੀਂ ਕਹਾਂਗੇ ਪਰ ਇੱਕ ਸਾਂਝ ਆ ਜਿਹੜੀ ਹੈ ਨਾ, ਉਹ ਖੜੀ ਹੋ ਗਈ ਆ। ਤੇ ਉਹਦਾ ਟਾਕਰਾ ਹੁਣ ਤੱਕ ਲੱਗਦਾ ਸੀ ਵੀ ਇਹ ਜਿਹੜੇ ਵਿਚਾਰਧਾਰਾ ਚੱਲ ਰਹੀ ਆ, ਇਹਦੇ ਮੂਹਰੇ ਕੌਣ ਖੜੂਗਾ। ਉਹਦੇ ਮੂਹਰੇ ਆ ਖੜ ਗਿਆ ਲੋਕਾਂ ਦਾ ਇੱਕ, ਹੈ ਨਾ। ਉਹ ਕਹਿੰਦੇ ਸੀ ਨਹੀਂ ਟੁੱਟਣਾ। ਬਹੁਤ ਕੋਸ਼ਿਸ਼ਾਂ ਵੀ ਹੋਈਆਂ ਵੀ ਹਰਿਆਣੇ ਦੇ ਮੁੱਖ ਮੰਤਰੀ ਕਹਿੰਦੇ ਵੀ ਇਹ ਤਾਂ ਪੰਜਾਬ ਦੇ ਆ, ਸਾਡਾ ਕਿਸਾਨ ਹੈ ਨਹੀਂ ਹਰਿਆਣਾ, ਉਹ ਡਾਇਲੌਗ ਨੂੰ ਤੋੜ ਦਿੰਦਾ। ਨੈਰੇਟਿਵ ਸਰਜਿਆ ਜਾਂਦਾ ਵੀ ਇੱਥੇ ਤਾਂ ਐਕਸਟ੍ਰੀਮਿਸਟ ਬੈਠੇ ਆ, ਇਹ ਤਾਂ ਖਰਾਬ ਕਰ ਦੇਣਗੇ, ਖਾਲਿਸਤਾਨੀ ਹੋਣਗੇ, ਉਹ ਟੁੱਟਦਾ। ਫਿਰ ਮਾਓਵਾਦੀ ਬੈਠੇ, ਸਾਰੇ ਕਾਸੇ ਨੂੰ ਮਤਲਬ ਨੈਰੇਟਿਵ ਨੂੰ ਤੋੜਿਆ ਇਹਨੇ ਆਪਦੇ ਆਪ 'ਚ। ਇਹਨੂੰ ਕਿਵੇਂ ਪ੍ਰਾਪਤੀ ਨੂੰ ਦੇਖਦੇ ਹੋ? ਬਿਲਕੁਲ, ਕਿਉਂਕਿ ਇੱਕ ਨਾ ਲਾਈਨ ਕਲੀਅਰ ਹੋ ਗਈ ਹੈ ਇਸ ਸਾਰੇ ਮਨੁੱਖ ਦੇ ਸਾਹਮਣੇ। ਲਾਈਨ ਇਹ ਕਲੀਅਰ ਹੋ ਗਈ ਕਿ ਕੇਵਲ ਮੋਦੀ ਨਹੀਂ ਹੈ, ਮੋਦੀ ਦੇ ਪਿੱਛੇ ਬਹੁਤ ਬੜੀ ਤਾਕਤ ਹੈ, ਜਿਹੜੀ ਫਾਈਨਾਂਸ ਕੈਪੀਟਲ ਦੀ ਤਾਕਤ ਹੈ, ਜਿਹੜੀ ਅੱਜ ਦੀ ਦੁਨੀਆ ਦੀ ਬੜੀ ਵੱਡੀ ਤਾਕਤ ਦਿਖਾਈ ਦਿੰਦੀ ਹੈ। ਇਸ ਕਰਕੇ ਉਹਨੂੰ ਸਮਝ ਆ ਗਿਆ ਕਿ ਲੜਾਈ ਵੱਡੀ ਹੈ, ਲੰਮੀ ਹੈ। ਲੰਮੀ ਲੜਾਈ 'ਚ ਦ੍ਰਿੜਤਾ ਵੀ ਚਾਹੀਦੀ ਹੈ, ਸਬਰ ਸੰਤੋਖ ਵੀ ਚਾਹੀਦਾ ਤੇ ਪੀਸਫੁਲ ਲੜਾਈ ਚਾਹੀਦੀ ਹੈ। ਇਹ ਉਹਨੂੰ ਫੰਡਾ ਸਮਝ ਆ ਗਿਆ। ਹੁਣ ਉਹਨੂੰ ਭੜਕਾਉਣ ਦੀ ਵੀ ਕੋਈ ਕੋਸ਼ਿਸ਼ ਕਰਦਾ, ਉਹ ਕਹਿੰਦਾ ਸਾਡੇ ਸਮਝ ਆ ਗਿਆ, ਤੂੰ ਜੋ ਮਰਜ਼ੀ ਕਰਦਾ ਕਰ, ਅਸੀਂ ਇਸੇ ਤਰੀਕੇ ਨਾਲ ਚੱਲਾਂਗੇ। ਤੁਸੀਂ ਇਕੱਲਾ ਮੋਦੀ ਨਹੀਂ, ਤਿੰਨ ਲੜਾਈਆਂ ਨੇ, ਕਾਰਪੋਰੇਟ, ਮੋਦੀ ਤੇ ਉਹ ਮੀਡੀਆ ਜਿਹੜਾ ਸਟਰੋਂਗ ਮੀਡੀਆ, ਕਾਰਪੋਰੇਟ ਕੰਟਰੋਲਡ ਮੀਡੀਆ, ਜਿਹੜਾ ਕਹਿੰਦਾ ਵੀ ਜੇ ਮੱਝ ਨੂੰ ਗਾਂ ਬਣਾ ਦੇ ਬਣਾ ਸਕਦਾ ਜਦੋਂ ਵੀ ਚੀਜ਼ਾਂ ਨੇ। ਇਹ ਤਿੰਨਾਂ ਦੇ ਖਿਲਾਫ ਵੀ ਜੇ ਲੜਾਈ ਕਾਮਯਾਬ ਹੋ ਰਹੀ ਹੈ ਤੇ ਇਹ ਕ੍ਰਿਸ਼ਮੇ ਵਰਗਾ ਮਾਹੌਲ ਹੈ ਨਾ ਜਿਹਦੇ 'ਚ ਇਹ ਦੇਖਿਆ ਜਾ ਰਿਹਾ। ਔਰ ਇਸੇ ਕਰਕੇ ਇਹ ਜਿਹੜੀ ਲੜਾਈ ਹੈ, ਇਹ ਜਿਹੜੀ ਖਲਕਤ ਦੀ ਲੜਾਈ ਹੁੰਦੀ ਹੈ, ਉਹ ਲੜਾਈ ਫਿਰ ਬਹੁਤ ਜ਼ਿਆਦਾ ਵਿਚਾਰਧਾਰਾ ਜਿਹੜੀਆਂ ਵਖਰੇਵੇਂ ਵੀ ਹੁੰਦੇ ਨੇ ਉਹਨਾਂ ਨੂੰ ਵੀ ਛੱਡ ਕੇ ਇੱਕ ਮੁੱਠ ਹੋਣ ਦੀ ਗੱਲ ਕਰਦੀ ਹੈ। ਇਸੇ ਕਰਕੇ ਪਹਿਲੀ ਵਾਰ ਹੈ ਸ਼ਾਇਦ ਮੋਦੀ ਸਰਕਾਰ ਨੂੰ ਐਡਾ ਵੱਡਾ ਚੈਲੰਜ ਆਇਆ ਹੈ। ਉਹ ਜੰਮੂ ਕਸ਼ਮੀਰ ਤੋੜਤਾ, ਜੂਨੀਅਰ ਟੈਰੀਟਰੀ ਬਣਾਤੀ, ਕੋਈ ਨਹੀਂ ਚੈਲੰਜ ਪੁੱਛਿਆ ਨਹੀਂ। ਨੋਟਬੰਦੀ ਕਰਤੀ, ਕੋਈ ਚੈਲੰਜ ਨਹੀਂ। GST ਕਰਤੀ, ਕੋਈ ਚੈਲੰਜ ਨਹੀਂ। NIA ਸੋਧ ਕਰਕੇ ਤੁਸੀਂ ਸਾਰੀ ਤਾਕਤ ਖਿੱਚ ਲਈ, ਕੋਈ ਚੈਲੰਜ ਨਹੀਂ। UAPA ਤਾਕਤ ਖਿੱਚ ਲਈ, ਕੋਈ ਚੈਲੰਜ ਨਹੀਂ। ਕੱਲਾ ਨਾਗਰਿਕ ਸੋਧ ਬਿੱਲ ਤੇ ਇੱਕ ਵੱਡਾ ਅੰਦੋਲਨ ਉੱਠਿਆ ਸੀ। ਮੈਨੂੰ ਲੱਗਦਾ ਇਸ ਅੰਦੋਲਨ 'ਚ ਉਹਦੀ ਕੰਟਰੀਬਿਊਸ਼ਨ ਹੈ। ਉਹ ਹੈ ਸ਼ਾਹੀਨ ਬਾਗ ਵਾਲਾ, ਜਿਹੜਾ ਬਿਨਾਂ ਔਰਤਾਂ ਦੀ ਅਗਵਾਈ 'ਚ, ਬਿਨਾਂ ਲੀਡਰਸ਼ਿਪ ਤੋਂ ਇੰਨਾ ਸਮਾਂ ਇੱਕ ਪੀਸਫੁਲ ਅੰਦੋਲਨ ਹੋਇਆ। ਉਹਨੇ ਵੀ ਲੋਕਾਂ ਦੀ ਕਲਪਨਾ ਨੂੰ ਖਿੱਚਿਆ ਸੀ, ਪਰ ਕਰੋਨਾ ਦੀ ਆੜ 'ਚ ਉਹ ਅੰਦੋਲਨ ਵੀ ਚਲਾ ਗਿਆ। ਇਹ ਨਹੀਂ ਕਿ ਸੇਮ ਨੇ, ਇਹ ਅੰਦੋਲਨ ਦਾ ਕੱਦ ਉਦੋਂ ਬਹੁਤ ਵੱਡਾ ਹੈ, ਸਾਈਜ਼ ਤਾਂ ਬਹੁਤ ਵੱਡਾ, ਸਾਈਜ਼ ਵੀ ਵੱਡਾ ਤੇ ਸੋਚ ਦਾ ਦਾਇਰਾ ਵੀ ਇੱਕ ਲੈਵਲ ਦਾ ਵੱਡਾ। ਇਹ ਦੋਨੇ ਮਨੁੱਖਤਾਵਾਦੀ ਅੰਦੋਲਨ ਨੇ ਅਸਲ 'ਚ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ। ਇਸੇ ਅੰਦੋਲਨ ਨੇ ਵੀ ਕਿੰਨੀ ਵੱਡੀ ਗਿਣਤੀ 'ਚ ਔਰਤ ਨੂੰ, ਮਤਲਬ ਇਹ 3 ਕਾਨੂੰਨ ਨਹੀਂ ਹੈ, ਇਹ ਸਮਾਜਿਕ ਇਨਸਾਫ ਦਾ ਵੀ ਅੰਦੋਲਨ ਹੈ। ਇਹ ਦਲਿਤ ਨੂੰ ਵੀ ਗਲਵਕੜੀ ਪਾਉਣਾ ਚਾਹੁੰਦਾ ਹੈ, ਇਹ ਵੂਮੈਨ ਨੂੰ ਵੀ ਨਾਲ ਲਿਆ ਕੇ ਸਟੇਜ ਤੱਕ ਲਿਆਉਣਾ ਚਾਹੁੰਦਾ ਹੈ। ਇਹ ਹਰ ਕਿਸਮ ਦੀ ਗੈਰ ਬਰਾਬਰੀ ਦੇ ਵੀ ਖਿਲਾਫ ਮੈਸੇਜ ਦੇ ਰਿਹਾ ਹੈ। ਇਹਨੇ ਔਰਤ ਨੂੰ ਵੀ ਸਟੇਜ ਤੇ ਖੜ ਕੇ ਬੁਲਾਇਆ ਅੰਦੋਲਨ ਨੇ, ਤੇ ਇਹਨੇ ਬੰਦੇ ਤੋਂ ਵੀ ਮਤਲਬ ਰੋਟੀਆਂ ਲਾਉਣਾ, ਮੈਂ ਕਹਿੰਦਾ ਸਿੱਖਣਾ ਚੰਗੀ ਗੱਲ ਆ, ਹੈ ਨਾ। ਆਤਮ ਨਿਰਭਰ ਹੁੰਦਾ ਬੰਦਾ, ਸਮਝਦਾ। ਮਤਲਬ ਬਹੁਤ ਮੁੰਡੇ ਸਾਨੂੰ ਮਿਲਦੇ ਆ ਜਿਹੜੇ ਕਹਿੰਦੇ ਆ ਵੀ ਹਾਂ ਸਾਨੂੰ ਸਮਝ ਆ ਰਿਹਾ ਵੀ ਇਹ ਕੰਮ ਵੀ ਜ਼ਰੂਰੀ ਆ, ਜਿਨ੍ਹਾਂ ਨੂੰ ਅਸੀਂ ਐਂ ਸਮਝਦੇ ਰਹੇ। ਤੁਸੀਂ ਇੱਕ ਇੰਟਰਵਿਊ ਕੀਤੀ ਸੀਗੀ ਬਹੁਤ ਵੱਡੇ ਖੇਤੀਬਾੜੀ ਮਾਹਿਰ ਨੇ ਪੀ ਸਾਈਨਾਥ ਦੇ ਨਾਲ, ਹੈ ਨਾ। ਮਤਲਬ ਉਹਦੇ ਵਿੱਚ ਵੀ ਜਿਹੜੀਆਂ ਗੱਲਾਂ ਸਮਝੋ ਕਹਿੰਦੇ ਆਗੇ, ਕਹਿੰਦੇ ਵੀ
ਜਿਹੜਾ 6% ਨੂੰ ਮਿਲ ਰਿਹਾਗਾ ਉਹ ਤਾਂ ਮਿਲ ਰਿਹਾ। ਹੁਣ ਤੁਸੀਂ ਕੀ ਲੱਗੇ ਹੋ, ਤੁਸੀਂ 94% ਜਿਹੜਾ ਖਰਾਬ ਆ ਤੁਹਾਡਾ ਉਹਨੂੰ ਤੁਸੀਂ ਚੰਗਾ ਕਰਨ ਦੀ ਥਾਂ ਤੇ 6% ਜਿਹੜਿਆਂ ਨੂੰ ਮਿਲ ਰਹੀ ਸੀ ਉਹਨੂੰ ਵੀ ਖਰਾਬ ਕਰਤਾ। ਇਹਨੂੰ ਮਤਲਬ ਜੇ ਤੁਸੀਂ ਆਪਾਂ ਸਾਦੀ ਆਪਦੀ ਭਾਸ਼ਾ ਦੇ ਵਿੱਚ ਤੁਸੀਂ ਕਹੋਗੇ ਕਿਵੇਂ ਇਹਨੂੰ ਸਮਝਾਓਗੇ? ਉਹਦੇ 'ਚ ਸਭ ਤੋਂ ਪਹਿਲੀ ਗੱਲ ਤਾਂ ਇਹੀ ਗਲਤ ਤੱਥ ਤੇ ਗਲਤ ਲੌਜੀਕ ਦਿੱਤਾ ਜਾ ਰਿਹਾ ਕਿ ਕੇਵਲ 6% ਨੂੰ ਦਿੱਤਾ ਹੈ। ਇਹ ਮਿੱਥ ਤੋੜਨੀ ਚਾਹੀਦੀ ਹੈ, ਇਹ ਸਮਝ ਆਉਣੀ ਚਾਹੀਦੀ ਹੈ। ਇਹ ਡਾਟਾ 2012 ਤੇ 13 ਦਾ ਡਾਟਾ ਹੈ ਐਨਐਸਐਸ ਦਾ, ਐਸਐਸ ਦਾ। ਉਹ ਡਾਟੇ ਤੋਂ ਬਾਅਦ ਮੋਦੀ ਸਰਕਾਰ ਨੇ ਡਾਟਾ ਹੀ ਨਹੀਂ ਲਿਆਂਦਾ। ਪਹਿਲੀ ਗੱਲ ਤਾਂ ਡਾਟਾ ਬੰਦ ਹੋ ਚੁੱਕਿਆ ਹੈ ਨਾ। ਇਹਨਾਂ 7 ਸਾਲਾਂ ਦੇ ਵਿੱਚ ਕੀ ਹੋਇਆ ਅੱਗੇ ਆ ਕੇ, ਇਹ ਗਵਰਨਮੈਂਟ ਆਫ ਇੰਡੀਆ ਨੇ ਇੱਕ ਡੀਸੈਂਟਰਲਾਈਜ਼ਡ ਪ੍ਰੋਕਿਉਰਮੈਂਟ ਪਾਲਿਸੀ ਲਿਆਂਦੀ ਸੀ 1997-98 ਚ ਕਿ ਜਿਹੜੀ ਵੀ ਮਰਜ਼ੀ ਸਟੇਟ ਐਮਐਸਪੀ ਤੇ ਖਰੀਦਣਾ ਚਾਹੇ ਖਰੀਦ ਲੇ, ਅਸੀਂ ਰੀਇੰਬਰਸ ਕਰਾਂਗੇ। ਇਹ ਪਾਲਿਸੀ ਹੈ। ਪਹਿਲਾਂ ਤਾਂ ਉਹਨਾਂ ਨੇ ਨਹੀਂ ਲਿਆਂਦੀਆਂ, ਪਰ ਚਲਦੇ ਚਲਦੇ ਜੇ ਐਤਕੀ ਦੀ ਮੈਂ ਉਦਾਹਰਨ ਦਿਆਂ, ਮੱਧ ਪ੍ਰਦੇਸ਼ ਦੀ ਕਣਕ ਪੰਜਾਬ ਨਾਲੋਂ ਮਾਤਰਾ 'ਚ ਜ਼ਿਆਦਾ ਖਰੀਦੀ ਗਈ ਹੈ। ਝੋਨਾ ਛੱਤੀਸਗੜ੍ਹ ਦਾ ਉਦੋਂ ਜ਼ਿਆਦਾ ਤੇ ਉੜੀਸਾ ਦਾ ਲਗਭਗ 30% ਖਰੀਦਿਆ ਗਿਆ ਇਸੇ ਐਮਐਸਪੀ ਤੇ। ਇਹਦੇ 'ਚ ਇਸੇ ਕਰਕੇ ਜਿਹੜਾ ਅਸ਼ੋਕ ਗੁਲਾਟੀ ਸੁਪਰੀਮ ਕੋਰਟ ਨੇ ਇੱਕ ਬਣਾਇਆ ਹੈ ਮੈਂਬਰ ਉਹ ਕਮੇਟੀ ਦਾ, ਇਹ ਫਰਾਡ ਉਹ ਕਰ ਰਹੇ ਨੇ ਰਲ ਕੇ। ਉਹਨੂੰ ਚੈਲੰਜ ਕੀਤਾ ਗੀਤਕਾ ਖੇੜਾ ਨੇ ਉਹਦੇ ਮੁਕਾਬਲੇ ਪੈਰਲਲ ਇੱਕ ਐਫਸੀਆਈ ਦਾ ਡਾਟਾ ਲੈ ਕੇ ਦਿੱਤਾ ਕਿ ਘੱਟੋ ਘੱਟ 25% ਫਾਰਮਰ ਨੂੰ ਫਾਇਦਾ ਮਿਲ ਰਿਹਾ, ਇਕੱਲਾ 6 ਨੂੰ ਨਹੀਂ ਹੈ। ਇੱਕ ਤਾਂ ਇਹ ਮਿੱਥ ਟੁੱਟੀ ਹੈ। ਦੂਜੀ ਮਿੱਥ ਇਹ ਟੁੱਟੀ ਹੈ ਵੀ ਮੰਨ ਲਓ ਚਲੋ 6% ਨੂੰ ਵੀ ਹੋ ਗਿਆ, 10 ਨੂੰ ਹੋ ਗਿਆ, 12 ਨੂੰ, 25 ਨੂੰ। ਇੱਕ ਪਾਸੇ ਇਹ ਹੈ ਕਿ ਉਹਦਾ ਲੈਵਲ ਵਧਿਆ, ਉਹਦਾ ਜੀਵਨ ਸਤਰ ਵਧੀਆ ਹੋਇਆ, ਉਦੋਂ ਚੰਗਾ ਚੱਲ ਰਿਹਾ। ਤੇ ਦੂਜੇ ਪਾਸੇ ਇਹ ਹੈ ਕਿ ਬਿਹਾਰ ਹੈ, ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਬਿਹਾਰ ਹੈ, ਜਿੱਥੇ 2006 'ਚ ਸਭ ਕੁਝ ਤੋੜਤਾ। ਉਹਦਾ 10-10 ਏਕੜ ਵਾਲਾ ਫਾਰਮਰ ਵੀ ਆ ਕੇ ਦਿਹਾੜੀ ਕਰ ਰਿਹਾ ਪੰਜਾਬ 'ਚ, ਹੈ ਨਾ, ਮਜਬੂਰ ਹੈ। ਤੁਸੀਂ ਪੰਜਾਬ ਨੂੰ ਬਿਹਾਰ ਵਰਗਾ ਬਣਾਉਣਾ ਚਾਹੁੰਦੇ ਹੋ ਜਾਂ ਬਿਹਾਰ ਨੂੰ ਪੰਜਾਬ ਵਰਗਾ ਬਣਾਉਣਾ ਚਾਹੁੰਦੇ ਹੋ? ਫਰਕ ਕੇਵਲ ਇੰਨਾ ਹੀ ਹੈ। ਇੱਕ ਇਹ ਹੈ ਕਿ ਮੈਰਿਟ 'ਚ ਆਉਂਦਾ ਕੋਈ ਸਟੂਡੈਂਟ, ਮੈਰਿਟ ਵਾਲੇ ਨੂੰ ਤੁਸੀਂ ਕਹੋ ਵੀ ਇਹ ਗਲਤ ਕਰਦਾ, ਐਵੇਂ ਗੈਰ ਬਰਾਬਰੀ ਪੈਦਾ ਕਰਦਾ। ਮੈਰਿਟ ਵਾਲੇ ਦੀਆਂ ਕਿਤਾਬਾਂ ਪਾੜ ਦਿਓ, ਉਹਨੂੰ ਪੇਪਰ ਨਾ ਦੇਣ ਦਿਓ, ਉਹਦੇ ਖਿਲਾਫ ਜੋ ਮਰਜ਼ੀ ਕਰ ਦਿਓ, ਸਭ ਨੂੰ ਹੇਠਾਂ ਲੈ ਆਓ। ਇਹ ਉਸ ਲੈਵਲ ਦਾ ਤਰੀਕਾ ਪੀ ਸਾਈਨਾਥ। ਤੇ ਇਸੇ ਕਰਕੇ ਇਹ ਕਹਿ ਰਿਹਾ ਵੀ ਮੰਨ ਲਓ ਗੌਰਮੈਂਟ ਸਕੂਲ ਦੀ ਉਹਨਾਂ ਨੇ ਉਦਾਹਰਨ ਦਿੱਤੀ ਕਿ ਤਾਮਿਲਨਾਡੂ ਦੇ ਵਿੱਚ ਗੌਰਮੈਂਟ ਸਕੂਲ ਬਹੁਤ ਵਧੀਆ ਚੱਲ ਰਿਹਾ, ਚੰਗੇ ਤਰੀਕੇ ਨਾਲ ਚੱਲ ਰਿਹਾ, ਬਾਕੀ ਸੂਬਿਆਂ 'ਚ ਨਹੀਂ ਚੱਲ ਰਿਹਾ, ਵੀ ਉਹਨੂੰ ਵੀ ਬੰਦ ਕਰ ਦਿਓ ਜਾਂ ਬਾਕੀ ਸੂਬਿਆਂ ਦੇ ਉਹੇ ਜਿਹੇ ਬਣਾਓ। ਪਹਿਲੀ ਗੱਲ ਤਾਂ ਇਹੀ ਹੈ। ਇਹ ਜਿਹੜਾ ਇਹ ਕਹਿ ਰਹੇ ਨੇ ਕਿ ਜੀ 6% ਨੂੰ ਹੀ ਫਾਇਦਾ ਮਿਲਿਆ, ਡਿਮਾਂਡ ਇਸੇ ਕਰਕੇ ਬਣਦੀ ਹੈ ਕਿ ਬਾਕੀ ਤੇ ਵੀ ਐਮਐਸਪੀ ਦੀ ਖਰੀਦ ਦੀ ਗਾਰੰਟੀ ਕਰੋ ਕਿ ਬਾਕੀ ਦੇਸ਼ ਦੇ ਲੋਕਾਂ ਨੂੰ ਵੀ, ਕਿਸਾਨਾਂ ਨੂੰ ਵੀ ਉਹ ਫਾਇਦਾ ਮਿਲ ਸਕੇ। ਪੰਜਾਬ ਤਾਂ ਉਦੋਂ ਵੱਡੀ ਗੱਲ ਕਰ ਰਿਹਾ ਨਾ, ਉਹ ਕਹਿੰਦਾ ਜੇ ਮੈਨੂੰ ਮਿਲ ਰਿਹਾ ਤਾਂ ਬਾਕੀ ਨੂੰ ਵੀ ਦਿਓ। ਅਸੀਂ ਤਾਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਜਿਹੜੇ ਇੱਥੇ ਪਹੁੰਚ ਵੀ ਨਹੀਂ ਸਕੇ। ਮੈਂ ਤਾਂ ਨਹੀਂ ਕਹੂੰਗਾ ਵੀ ਆਉਣਾ ਨਹੀਂ ਚਾਹੁੰਦੇ ਹੋਣੇ, ਪਰ ਕਈ ਦੂਰ ਹੋਰ ਬਥੇਰੀਆਂ ਵੀ ਸਮੱਸਿਆਵਾਂ ਆਉਂਦੀਆਂ ਗਈਆਂ। ਇੱਕ ਤੁਸੀਂ ਪਿੰਡ ਨੂੰ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਬਹੁਤ ਬਿਹਤਰ ਢੰਗ ਨਾਲ ਸਮਝਣ ਵਾਲੇ ਬੰਦਿਆਂ 'ਚੋਂ ਇਹ ਲੜਾਈ ਆ ਜਿਹੜੀ ਵੀ ਜਾਂ ਸੋਚ ਆ ਜਿਹੜੀ ਹੈ ਨਾ ਇਸ ਸਮੇਂ, ਉਹ ਜਿਵੇਂ ਰਘੂ ਰਾਮ ਰਾਜਨ ਵੀ ਕਹਿੰਦੇ ਆ ਵੀ ਅਸੀਂ ਜਿਹੜੇ 57% ਤੋਂ ਲਿਆ ਕੇ 38% ਲੋਕਾਂ ਨੂੰ ਹੀ ਰੱਖਣਾ ਖੇਤੀ 'ਚ, ਸਾਨੂੰ ਹੋਰ ਸਸਤੀ ਲੇਬਰ ਚਾਹੀਦੀ ਆ। ਮਤਲਬ ਇੱਕ ਬੰਦਾ ਜਿਹੜਾ ਪਿੰਡ ਤੋੜਨਾ, ਮਤਲਬ ਬੰਦੇ ਨੂੰ ਸ਼ਹਿਰ 'ਚ ਲਿਆ ਕੇ ਇੱਕ ਮਸ਼ੀਨ ਦਾ ਇੱਕ ਨਿੱਕਾ ਜਿਹਾ ਪੁਰਜਾ ਹਿੱਸਾ ਬਣਾਉਣਾ ਜਿਹੜਾ ਉਹਨਾਂ ਦੇ ਕਹਿਣ ਤੇ ਘੁੰਮੇ। ਕੀ ਇਹ ਪਿੰਡ ਦਾ ਚੈਲੰਜ ਹੈ? ਅਸੀਂ ਪਿੰਡ ਨੂੰ ਦੁਬਾਰੇ ਕਲੇਮ ਕਰ ਰਹੇ ਹਾਂ ਇੱਥੇ ਵੀ ਨਹੀਂ ਆ ਰਹੂਗਾ? ਨਹੀਂ, ਮੈਨੂੰ ਲੱਗਦਾ ਐਜ ਏ ਪਿੰਡ ਇਕਾਈ ਦੇ ਤੌਰ ਤੇ ਹੀ ਚੈਲੰਜ ਕਰ ਸਕਦਾ, ਇਕੱਲਾ ਨਹੀਂ। ਇਸੇ ਕਰਕੇ ਕਿਸਾਨੀ ਅੰਦੋਲਨ ਨਹੀਂ, ਇਹ ਜਨਤਕ ਅੰਦੋਲਨ ਬਣ ਗਿਆ। ਇਹ ਉਸ ਦੁਕਾਨਦਾਰ ਦਾ ਵੀ ਅੰਦੋਲਨ ਹੈ, ਉਸ ਮਜ਼ਦੂਰ ਦਾ ਵੀ ਅੰਦੋਲਨ ਹੈ, ਉਸ ਦਲਿਤ ਦਾ ਵੀ। ਪਿੰਡ ਤੇ ਸ਼ਹਿਰ 'ਚ ਕੀ ਫਰਕ ਹੈ? ਸ਼ਹਿਰ ਦਾ ਆਪਣਾ ਕੋਈ ਵਜੂਦ ਨਹੀਂ ਹੈ, ਕਦੇ ਵੀ ਨਹੀਂ ਸੀ। ਬੁਨਿਆਦੀ ਸਿਵਲਾਈਜੇਸ਼ਨ ਪਿੰਡ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਪਿੰਡ ਤੇ ਹੀ ਕਹਿੰਦਾ। ਪਿੰਡ ਕ੍ਰੀਏਟ ਕਰਦਾ ਹੈ, ਹਰ ਚੀਜ਼ ਖਾਣ ਨੂੰ ਦਿੰਦਾ ਉਹ ਵੀ ਪਿੰਡ ਦਿੰਦਾ ਹੈ, ਸ਼ਹਿਰ ਉਹਦੇ ਨਾਂ ਤੇ ਪਲਦਾ ਹੈ। ਦੋ ਚੀਜ਼ਾਂ 'ਚ ਫਰਕ ਹੈ। ਤੇ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਮੁਨਾਫੇ ਦਾ, ਕਾਰਪੋਰੇਟ ਮੁਨਾਫੇ ਦਾ, ਉਹ ਇਹ ਕਹਿ ਰਿਹਾ ਵੀ ਜਿੰਨਾ ਚਿਰ ਪਿੰਡ ਖੜਾ ਰਹਿੰਦਾ, ਸਰਵਾਈਵ ਕਰਦਾ ਹੈ, ਉਨਾ ਚਿਰ ਮੇਰੀ ਤਾਕਤ ਉਹ ਨਹੀਂ ਬਣਦੀ, ਮੇਰਾ ਮੁਨਾਫਾ ਉਹ ਨਹੀਂ ਬਣਦਾ ਜਿਹੜਾ ਬਣਨਾ। ਹੁਣ ਫੂਡ ਦੇ ਮਾਮਲੇ 'ਚ ਵੀ ਹੈ, 12 ਅਰਬ ਡਾਲਰ ਦਾ ਬਿਜ਼ਨਸ ਹੈ ਸਾਡੇ ਹੀ ਇਕੱਲਾ, ਉਹ ਇਹਨੂੰ ਵੀ ਹੜੱਪ ਲੈਣਾ ਚਾਹੁੰਦਾ। ਔਰ ਇਸੇ ਕਰਕੇ ਇਹ ਪਿੰਡ ਦੀ ਤਾਕਤ ਹੈ। ਇਹ ਅੰਦੋਲਨ ਕਾਹਦੀ ਤਾਕਤ ਹੈ? ਇੰਨਾ ਲੰਮਾ ਸਮਾਂ ਸਰਵਾਈਵ ਕਰਨਾ। ਉਹਦੇ 'ਚ ਲੰਗਰ ਦੀ ਤਾਕਤ ਹੈ, ਉਹਦੇ 'ਚ ਪਿੰਡ ਦੇ ਅਨਾਜ ਦੀ ਤਾਕਤ ਹੈ, ਉਹਦੇ ਪਿੰਡ ਦੇ ਭਾਈਚਾਰੇ ਦੀ ਤਾਕਤ ਹੈ, ਉਹਦੇ 'ਚ ਪਿੰਡ ਦੀ ਉਹ ਮੁਹੱਬਤ ਜਿਹੜੀ ਐਡਾ ਵੱਡਾ ਸਿਸਟਮ ਖੜਾ ਕਰ ਸਕਦੀ ਹੈ, ਹੋਰ ਨਹੀਂ ਕੋਈ ਕਰ ਸਕਦਾ। ਇਹ ਰਜਿਸਟੈਂਸ ਹੈ ਕਾਰਪੋਰੇਟ ਦੇ ਮਾਡਲ ਨੂੰ, ਚੈਲੰਜ ਹੈ ਕਿ ਜਿਹੜਾ ਤੁਸੀਂ ਜ਼ਬਰਦਸਤੀ ਪਾਲਿਸੀ ਡਿਜ਼ਾਈਨ ਕਰਕੇ ਪਿੰਡ ਨੂੰ ਉਜਾੜ ਕੇ ਅਰਬਨ ਡਿਵੈਲਪਮੈਂਟ ਦਾ ਮਾਡਲ, ਸ਼ਹਿਰੀ ਵਿਕਾਸ ਦਾ ਮਾਡਲ ਸਿਰਜਣਾ ਚਾਹੁੰਦੇ ਹੋ। ਉਹਨੇ ਕੁਦਰਤੀ ਸਾਧਨਾਂ ਦਾ ਵੀ ਸ਼ੋਸ਼ਣ ਕੀਤਾ। ਲੋਕਾਂ 'ਚ ਹੁਣ ਜੈਵਿਕ ਜੀਵਨ ਰਹੇਗਾ ਨਹੀਂ ਰਹੇਗਾ, ਇਹ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਤੁਸੀਂ ਇੱਕ ਗੈਰ ਬਰਾਬਰੀ ਦਾ ਵੀ ਐਡਾ ਵੱਡਾ ਨਾਤਾ ਬਣਾਤਾ ਹੈ
ਕਿ ਜਿਹੜਾ ਮਤਲਬ ਅਫੋਰਡੇਬਲ ਨਹੀਂ ਹੈ, ਜਿਹੜਾ ਹੁਣ ਸੋਚਿਆ ਹੀ ਨਹੀਂ ਜਾ ਸਕਦਾ ਕਿ ਅੱਗੇ ਚੱਲ ਸਕਦਾ। ਇਸੇ ਕਰਕੇ ਜਦ ਵੀ ਇਹਨੂੰ ਚੈਲੰਜ ਉੱਠਣਾ ਹੈ ਤਾਂ ਉਹ ਪਿੰਡ ਨੇ ਉੱਠਣਾ। ਪਿੰਡ ਆਪਦੇ ਆਪ 'ਚ ਇਹ ਨਹੀਂ ਕਿ ਇੱਟਾਂ ਦਾ ਘਰ ਹੈ ਤੇ ਉੱਥੇ ਲੋਕ ਰਹਿੰਦੇ ਨੇ। ਪਿੰਡ ਦਾ ਮਤਲਬ ਹੈ ਹਜ਼ਾਰਾਂ ਸਾਲ ਦੀ ਸੱਭਿਅਤਾ। ਪਿੰਡ ਦਾ ਮਤਲਬ ਹੈ ਉਹਨਾਂ ਦੀ ਬੋਲੀ ਦੀ ਸਾਂਝ, ਉਹਨਾਂ ਦੀ ਰਿਸ਼ਤਿਆਂ ਦੀ ਸਾਂਝ। ਉਹਦੇ 'ਚ ਪਿੰਡ 'ਚ ਵੀ ਮੈਂ ਇਹ ਕਹਿੰਦਾ ਕਿ ਇਹ ਨਹੀਂ ਕਿ ਪਿੰਡ 'ਚ ਕੋਈ ਨੁਕਸ ਨਹੀਂ ਹੈ, ਪਰ ਇਹ ਉਹੀ ਗੱਲ ਫੇਰ ਆ ਜਾਂਦੀ ਹੈ ਕਿ ਜੇ ਕਿਸੇ 'ਚ ਹਸਪਤਾਲ 'ਚ ਨੁਕਸ ਪੈ ਜਾਏ, ਹਸਪਤਾਲ ਬੰਦ ਨਹੀਂ ਕਰ ਦੇਣਾ, ਉਹਦੇ ਨੁਕਸ ਦੂਰ ਕਰਨੇ ਨੇ। ਸਕੂਲ 'ਚ ਪੜ੍ਹਾਈ ਨਹੀਂ ਹੁੰਦੀ, ਸਕੂਲ ਬੰਦ ਨਹੀਂ ਕਰ ਦੇਣਾ। ਸਕੂਲ ਦੇ ਪਿੰਡਾਂ ਦੇ ਵੀ ਜਿਵੇਂ ਜੇ ਜਾਤ ਪਾਤ ਦੀ ਕੋਈ ਗੱਲ ਹੈ, ਗੈਰ ਬਰਾਬਰੀ ਦੀ ਕੋਈ ਗੱਲ ਹੈ, ਉਹਨਾਂ ਨੂੰ ਦੂਰ ਕਰਨ ਦੀ ਲੋੜ ਹੈਗੀ ਹੈ। ਪਰ ਪਿੰਡ ਹਮੇਸ਼ਾ ਹੀ ਸੱਭਿਅਤਾ ਦੇ ਤੌਰ ਤੇ ਜੜ੍ਹਾਂ ਨਾਲ ਜੁੜੇ ਮਨੁੱਖਾਂ ਦੀ ਧਰਤੀ ਹੈ ਤੇ ਜਿਹੜੀ ਚੀਜ਼ ਬੁਨਿਆਦੀ ਹੈ ਉੱਥੇ ਖੇਤੀਬਾੜੀ ਹੁੰਦੀ ਹੈ। ਖੇਤੀ ਤੇ ਦੂਜਾ ਬਿਜ਼ਨਸ ਮਿਲਾਇਆ ਨਹੀਂ ਜਾ ਸਕਦਾ। ਖੇਤੀ ਜਿੰਦਾ ਰਹਿਣ ਲਈ ਜ਼ਰੂਰੀ ਹੈ, ਬਾਕੀ ਸੁਵਿਧਾਵਾਂ ਨੇ। ਸੁਵਿਧਾਵਾਂ ਤੋਂ ਬਿਨਾਂ ਕੰਮ ਚੱਲ ਸਕਦਾ, ਜਿੰਦਾ ਰਹਿਣ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਮਤਲਬ ਪਿੰਡ ਦਾ ਸਬਰ ਤੋੜ ਕੇ ਸ਼ਹਿਰ ਦੀ ਦੌੜ 'ਚ ਪਾਉਣਾ ਤੇ ਪਿੰਡ ਕਹਿੰਦਾ ਵੀ ਨਹੀਂ ਅਸੀਂ ਸਬਰ 'ਚ ਠੀਕ ਆ। ਇੱਕ ਹੁਣ ਬਹੁਤ ਲੋਕਾਂ ਦਾ ਵੀ ਖਿਆਲ ਹੈ ਅੰਦੋਲਨ ਬਹੁਤ ਵਧੀਆ, ਮਤਲਬ ਅਸੀਂ ਇਹ ਮੰਨ ਕੇ ਚੱਲ ਗਏ ਵੀ ਗਾਂ ਵੀ ਇਹ ਅੰਦੋਲਨ ਸਫਲਤਾ ਦੇ ਵੱਲ ਜਾਊਗਾ, ਪਰ ਜਿੰਨਾ ਕੁਛ ਇਹਨੇ ਹਾਸਲ ਕਰ ਲਿਆ ਉਹ ਵੀ ਇੱਕ ਹਿਸਟਰੀ ਆ, ਉਹ ਇਤਿਹਾਸ ਆ। ਉਹਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਮੈਂ ਪਰੇ ਕਰਦਾ, ਜਿਵੇਂ ਆਪਾਂ ਪਿੰਡ ਵਾਲੀ ਗੱਲ ਕਰੀ ਆ, ਭਾਈਚਾਰੇ ਵਾਲੀ ਗੱਲ ਕਰੀ ਆ। ਪਰ ਬਹੁਤ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਇਹ ਅੰਦੋਲਨ, ਇਹ ਬਿੱਲ ਵਾਪਸ ਹੋਣ ਤੋਂ ਬਾਅਦ ਵੀ ਹੁਣ ਸਾਨੂੰ ਕਿਸੇ ਪਾਸੇ ਵੱਲ ਵਧਣਾ ਚਾਹੀਦਾ। ਬਹੁਤ ਬੰਦੇ ਕਹਿੰਦੇ ਕਿ ਸਾਨੂੰ ਪੋਲੀਟੀਕਲ ਇੱਕ ਧਿਰ ਵਜੋਂ ਉੱਭਰਨਾ ਚਾਹੀਦਾ। ਇਸ ਸਮੇਂ ਜਥੇਬੰਦੀਆਂ ਨੂੰ ਜਾਂ ਸਮੂਹ ਇਹ ਅੰਦੋਲਨ ਨੂੰ ਇੱਕ ਰੂਪ ਮਿਲਣਾ ਚਾਹੀਦਾ, ਤਾਂ ਕਿ ਜਿਹੜੀ ਪੰਜਾਬ 'ਚ ਅਸਲ ਲੋਕਾਂ ਦੀ ਜਿਹੜੀ ਦਿਲੀ ਖੁਆਇਸ਼ ਆ ਉਹ ਇਹੀ ਹੈ ਕਿ ਉਹ ਚੰਗਾ ਰਾਜ ਹੋਵੇ, ਜਿਹਦੇ 'ਚ ਉਹਦੀ ਕੋਈ ਗੱਲ ਹੋਵੇ, ਉਹਦੀ ਕੋਈ ਸੁਣਵਾਈ ਤਾਂ ਹੋਵੇ ਨਾ ਬੰਦੇ ਦੀ। ਇਹ ਰਾਜ ਆ ਜਿਹੜਾ ਜਾਂ ਇਹ ਸਿਸਟਮ ਆ, ਕੀ ਇਹ ਅੰਦੋਲਨ ਜੇ ਪੋਲੀਟੀਕਲ ਅੱਗੇ ਜਾ ਕੇ ਰੂਪ ਧਾਰਨ ਕਰਦਾ ਜਾਂ ਇੱਕ ਧਿਰ ਵਜੋਂ ਉੱਭਰਦਾ ਤਾਂ ਹੀ ਹੋ ਸਕਦਾ। ਕਿਉਂਕਿ ਇਹ 'ਚ ਕਈ ਬੰਦੇ ਐਂ ਵੀ ਕਹਿੰਦੇ ਨਾ ਵੀ ਜਦੋਂ ਰਾਜਨੀਤੀ ਸਿਸਟਮ ਇਹੋ ਜਿਹਾ ਜਿਹੜਾ ਉਹ 'ਚ ਜਾਊਗਾ ਉਹ ਘੁੰਮੂਗਾ ਉਵੇਂ। ਹਾਂ, ਇਹਦੇ 'ਚ ਦੋ ਗੱਲਾਂ ਮੈਂ ਕਰਨੀਆਂ ਚਾਹੂੰਗਾ। ਪਹਿਲੀ ਗੱਲ ਤਾਂ ਇਹ ਅੰਦੋਲਨ ਦਾ ਜਿਹੜਾ ਚਰਿੱਤਰ ਹੈ ਉਹ ਆਟੋਮੈਟਿਕਲੀ ਸਿਆਸੀ ਵੀ ਹੋ ਹੀ ਜਾਂਦਾ ਹੈ। ਹਰ ਅੰਦੋਲਨ ਦੀ ਇੱਕ ਸਿਆਸਤ ਹੁੰਦੀ ਹੈ, ਕਹੇ ਤੇ ਹੋਵੇ ਜਾਂ ਨਹੀਂ ਕਹੇ ਹੋਵੇ, ਉਹਦਾ ਕੋਈ ਮਤਲਬ ਨਹੀਂ ਹੈ। ਜੇ ਮੈਂ ਐਗਜ਼ਾਮਪਲ ਦੇਵਾਂ ਕਿ ਜਿਹੜਾ ਨਕਸਲਵਾੜੀ ਅੰਦੋਲਨ ਚੱਲਿਆ, ਨਕਸਲਵਾੜੀ ਅੰਦੋਲਨ ਵੀ ਕਿਸਾਨ ਅੰਦੋਲਨ ਸੀ, ਜ਼ਮੀਨਾਂ ਦਾ ਮਾਮਲਾ ਸੀ, ਪਰ ਉਹਨੇ ਕਿਹਾ ਵੀ ਜਿੰਨਾ ਚਿਰ ਇਹ ਸਿਸਟਮ ਉਲਟਾਇਆ ਨਹੀਂ ਜਾਂਦਾ ਉਹਨਾਂ ਚਿਰ ਨਹੀਂ ਉਹਨੇ ਹਥਿਆਰਬੰਦ ਮੂਵਮੈਂਟ ਪੈਦਾ ਕੀਤੀ। ਉਹ ਚਾਹੇ ਉਹ ਸਫਲ ਜਾਂ ਅਸਫਲ ਅਲੱਗ-ਅਲੱਗ ਐਂਗਲ ਤੋਂ ਗਿਣਿਆ ਜਾਊਗਾ। ਉਹਦੀ ਸਫਲਤਾ ਇਹ ਹੈ ਕਿ ਉਹਨੇ ਜਿੱਡਾ ਵੱਡਾ ਲਿਟਰੇਚਰ ਪੈਦਾ ਕੀਤਾ। ਅੱਜ ਵੀ ਉਹ ਲਿਟਰੇਚਰ ਚਾਹੇ ਉਹ ਕਵਿਤਾ ਦੇ ਰੂਪ 'ਚ, ਕਹਾਣੀ ਦੇ ਰੂਪ 'ਚ, ਨਾਵਲ ਦੇ ਰੂਪ 'ਚ ਜਿਸ ਲੈਵਲ ਦੇ ਬੰਦੇ ਪੈਦਾ ਕੀਤੇ, ਅੱਜ ਵੀ ਅਸੀਂ ਕਹਿੰਦੇ ਹਾਂ ਪਾਤਰ ਹੈ, ਪਾਸ ਹੈ, ਉਦਾਸੀ ਹੈ, ਲਾਲ ਸਿੰਘ ਦਿਲ ਹੈ, ਜਿੰਨੇ ਬੰਦੇ ਅਸੀਂ ਪੰਜਾਬ ਦੀ ਵੀ ਗੱਲ ਕਰਾਂ, ਬਾਕੀ ਛੱਡ ਵੀ ਦਿਓ, ਉਹ ਅੱਜ ਵੀ ਬੁਨਿਆਦ ਹੈ ਮਤਲਬ ਸਾਡੇ ਬਹੁਤ ਵੱਡੀਆਂ ਚੀਜ਼ਾਂ ਦੀ, ਮੂਵਮੈਂਟਾਂ ਦੀ, ਉਹਨੇ ਉਹ ਪੈਦਾ ਕੀਤਾ। ਇਸ ਅੰਦੋਲਨ ਨੇ ਇੱਕ ਗੱਲ ਸਮਝ ਲਈ ਕਿ ਹੁਣ ਮੌਕਾ ਆਰਮਡ ਸਟਰਗਲ ਦਾ ਤਾਂ ਨਹੀਂ ਹੈ। ਚਾਹੇ ਜਥੇਬੰਦੀਆਂ ਦੇ ਵਿਚਾਰ ਕੁਝ ਵੀ ਹੋਣ, ਜਿਹੜੀ ਵੀ, ਸਭ ਸਹਿਮਤ ਨੇ ਇਹਦੇ ਤੇ। ਇਹ ਅੰਦੋਲਨ ਦਾ ਇੱਕ ਚਰਿੱਤਰ ਇਹ ਹੈ ਕਿ ਇਹ ਪੀਸਫੁਲ ਅੰਦੋਲਨ ਹੋਏਗਾ। ਪੀਸਫੁਲ ਅੰਦੋਲਨ ਦੀ ਸਿਆਸਤ ਕੀ ਹੁੰਦੀ ਹੈ? ਫਿਰ ਉਹ ਡੈਮੋਕ੍ਰੈਟਿਕ ਸਿਆਸਤ ਹੋਏਗੀ। ਉਹ ਫਿਰ ਦੂਜੀ ਸੱਤਾ ਉਸ ਤਰੀਕੇ ਦੀ ਪਲਟਣ ਦੀ ਹੋਏਗੀ। ਡੈਮੋਕ੍ਰੈਟਿਕ ਸਿਆਸਤ ਕੀ ਡਿਮਾਂਡ ਕਰਦੀ ਹੈ? ਇੱਕ ਤਾਂ ਡੈਮੋਕ੍ਰੇਸੀ ਇਹ ਨਾਂ ਦੀ ਹੈ, 5 ਸਾਲ ਬਾਅਦ ਵੋਟ ਪਾ ਦਿਓ। ਤਾਂ ਨਵੀਂ ਡੈਮੋਕ੍ਰੇਸੀ ਦਾ ਮਾਡਲ ਕਿਵੇਂ ਸਿਰਜਿਆ ਜਾਏ, ਇਹਦੇ 'ਚ ਉਹ ਵਰਤਾਂਤ ਜਨਮ ਲਏਗਾ ਜਿੱਥੇ ਲੋਕਾਂ ਦੀ ਪੁੱਗਤ ਹੋਏ, ਜਿੱਥੇ ਲੋਕ, ਜਿਹੜੀ ਇਦੋਂ ਪਹਿਲਾਂ ਵੀ ਗੱਲ ਮੈਂ ਕਈ ਵਾਰ ਕੀਤੀ ਹੈ, ਜਿੱਥੇ ਗ੍ਰਾਮ ਸਭਾ ਬੈਠ ਕੇ ਪਿੰਡ ਦਾ ਫੈਸਲਾ ਲਏ, ਉਹ ਸੰਵਿਧਾਨਕ ਤਾਕਤ ਵੀ ਹੈ। ਜਿੱਥੇ ਡੀਸੈਂਟਰਲਾਈਜੇਸ਼ਨ ਹੋਵੇ, 73ਵੀਂ ਸੰਵਿਧਾਨਕ ਸੋਧ ਮੁਤਾਬਕ 29 ਡਿਪਾਰਟਮੈਂਟ ਪੰਚਾਇਤੀ ਰਾਜ ਨੂੰ ਦੇਣੇ ਨੇ, ਉਹ ਆਪਣੇ ਆਪ ਫੈਸਲੇ ਕਰਨ, ਪਿੰਡ ਆਪਣੇ, ਸ਼ਹਿਰ ਆਪਣੇ ਆਪ ਫੈਸਲੇ ਕਰਨ, ਇਕੱਲਾ ਚੰਡੀਗੜ੍ਹ ਤੇ ਦਿੱਲੀ ਕਿਉਂ ਕਰੇ। ਇਹ ਡੈਮੋਕ੍ਰੈਟਿਕ ਸਿਆਸਤ ਉਹਦੇ 'ਚ ਆਏਗੀ। ਇਹਦੇ 'ਚ ਜਿਹੜਾ ਅੰਦੋਲਨ ਦੀਆਂ 4 ਪਰਤਾਂ ਨੇ, ਬੰਦਾ 4 ਚੀਜ਼ਾਂ ਤੋਂ ਪ੍ਰਭਾਵਿਤ ਹੁੰਦਾ। ਇਸ ਅੰਦੋਲਨ ਦੀ ਆਪਣੀ ਸਮਾਜਿਕਤਾ ਨਵੀਂ ਸਿਰਜੀ ਹੈ, ਜਿਹੜਾ ਧੜਾ ਖਤਮ ਕਰਕੇ ਭਾਈਚਾਰਕ ਸਾਂਝ ਦੀ ਸਮਾਜਿਕਤਾ ਸਿਰਜੀ ਹੈ ਇਹਨੇ, ਉਹਦਾ ਅਲਟਰਨੇਟਿਵ ਹੈ। ਇਹਨੇ ਕਲਚਰ, ਜਿਹੜਾ ਚਾਪਲੂਸੀ ਦਾ ਸੱਭਿਆਚਾਰ ਸੀ, ਉਹਨੂੰ ਰੱਦ ਕਰਕੇ ਹਰ ਬੰਦੇ ਨੂੰ ਸਨਮਾਨ ਦਿੱਤਾ, ਚੈਲੰਜ ਕਰਦਾ ਵੱਡੇ ਤੋਂ ਵੱਡੇ ਬੰਦੇ ਨੂੰ। ਹੁਣ ਤੱਕ ਇੱਕ ਕਲਚਰ ਸਾਡੇ ਡਿਵੈਲਪ ਹੋ ਗਿਆ ਸੀ ਚਾਪਲੂਸੀ ਦਾ। ਦੂਜਾ ਜਿਹੜਾ ਲੱਚਰ ਕਲਚਰ ਸੀ, ਉਹੀ ਗਾਉਣ ਵਾਲਿਆਂ ਨੂੰ ਬਦਲ ਕੇ ਉਹਨੇ ਵਾਰਾਂ ਗਾਣ ਲਾਤਾ। ਇਸ ਸਾਰੇ ਸੈਟਅਪ ਨੇ ਸਾਡੇ ਸਾਹਮਣੇ ਆ। ਤੀਜਾ ਜਿਹੜਾ ਅਰਥ ਵਿਵਸਥਾ ਦਾ ਮਾਡਲ ਸੀ ਮੁਨਾਫੇ ਦਾ, ਆ ਸਾਂਝੀਵਾਲਤਾ ਦੇ ਪਿੰਡ ਜਿਹੜੇ ਵਸੇ ਹੋਏ ਨੇ, ਇਹ ਬਿਲਕੁਲ ਦੇ ਉਲਟ ਅਰਥ ਵਿਵਸਥਾ ਚਾਹੁੰਦੇ ਨੇ ਕਿ ਜ਼ਿੰਦਗੀ ਇਹੋ ਜਿਹੀ ਚਾਹੀਦੀ ਹੈ, ਚਾਹੇ ਛੱਪਰ 'ਚ ਹੀ ਹੋਏ। ਇਹੋ ਜਿਹੀ ਖੂਬਸੂਰਤ ਜ਼ਿੰਦਗੀ ਵਰਗਾ ਕੁਝ ਨਹੀਂ ਹੈ। ਬਿਲਕੁਲ ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ ਨਹੀਂ, ਕੋਈ ਕੁਝ ਨਹੀਂ ਹੈ ਸਾਰੇ।
ਤਾਂ ਜਦੋਂ ਤਿੰਨ ਮੇਜਰ ਚੀਜ਼ਾਂ ਇਹ ਤਬਦੀਲ ਕਰ ਰਿਹਾ ਤਾਂ ਪੋਲਿਟਿਕਸ ਤਬਦੀਲ ਨਹੀਂ ਕਰੂਗਾ, ਇਹ ਸੰਭਵ ਹੀ ਹੈ ਨਹੀਂ ਹੈ। ਇਸ ਲਈ ਇਹ ਸਿਆਸਤ ਵੀ ਤਬਦੀਲ ਕਰੂਗਾ। ਉਹਦੇ ਚੋਂ ਕਿਵੇਂ ਜਨਮ ਲੈਂਦੀ ਹੈ, ਕਿਸ ਤਰੀਕੇ ਦੀ ਨਿਕਲਦੀ ਹੈ, ਸਵਾਲ ਹੈ। ਜਾਗਰੂਕ ਬੰਦਾ ਕਰਪਟ ਲੀਡਰ ਨੂੰ, ਜਾਗਰੂਕ ਬੰਦਾ ਬਿਨਾਂ ਕਿਸੇ ਪ੍ਰੋਗਰਾਮ ਵਾਲੇ ਲੀਡਰ ਨੂੰ ਲੀਡਰ ਕਿਵੇਂ ਮੰਨੂਗਾ? ਜਮਹੂਰੀਅਤ 'ਚ ਕਿਹਾ ਜਾਂਦਾ, ਪੁਰਾਣੇ ਸਮੇਂ 'ਚ ਕਿਹਾ ਜਾਂਦਾ ਸੀ ਜਥਾ ਰਾਜਾ ਤਥਾ ਪਰਜਾ, ਜਦੋਂ ਰਾਣੀਆਂ ਦੇ ਪੇਟੋਂ ਰਾਜੇ ਜਨਮ ਲੈਂਦੇ ਸੀ। ਅੱਜ ਕੱਲ੍ਹ ਜਮਹੂਰੀਅਤ 'ਚ ਕਿਹਾ ਜਾਂਦਾ ਜਥਾ ਪਰਜਾ ਤਥਾ ਰਾਜਾ। ਅੱਜ ਤੱਕ ਅਸੀਂ ਬੋਲਦੇ ਨਹੀਂ ਰਹੇ, ਇਸੇ ਕਰਕੇ ਉਹ ਰਾਜੇ ਸੀ। ਹੁਣ ਜਿਹੜੀ ਇਹ ਧਾਰੇ ਨੇ ਖੜੀ ਕਰਤੀ ਹੈ, ਉਹ ਰਾਜਾ ਰਹੇ, ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਅੱਜ ਕੱਲ੍ਹ ਪਿੰਡ 'ਚ ਰਾਜੇ ਕਿਸੇ ਨੂੰ ਬਣਨ ਨਹੀਂ ਦਿੱਤਾ ਜਾ ਰਿਹਾ, ਤੁਹਾਡੇ ਸਾਹਮਣੇ ਹੈ। ਇਸੇ ਕਰਕੇ ਇਹਦੇ 'ਚੋਂ ਬਿਲਕੁਲ ਹੀ ਲੌਜੀਕਲ ਤਰੀਕਾ ਹੈ। ਇਹਦੇ 'ਚੋਂ ਸਿਆਸਤ ਆਏਗੀ, ਕਿਵੇਂ ਆਏਗੀ ਇਹ ਅਜੇ ਨਹੀਂ ਕਿਹਾ ਜਾ ਸਕਦਾ। ਕਿਸਾਨ ਯੂਨੀਅਨ ਆਪਣੇ ਆਪ ਕੀ ਕਰਨਗੀਆਂ, ਇਹਨਾਂ ਦੇ ਸਾਹਮਣੇ ਸਵਾਲ ਤਾਂ ਖੜਾ, ਲੋਕ ਕਰਨਗੇ ਭਾਈ ਹੁਣ ਦੱਸੋ ਇਹ ਅੰਦੋਲਨ ਤਾਂ ਜਿੱਤਿਆ ਕਿ ਅੱਗੇ ਕੀ ਕਰੀਏ। ਇਹ ਸਵਾਲ ਨੂੰ ਪੰਜਾਬ ਨੂੰ ਐਡਰੈਸ ਕਰਨਾ ਪੈਣਾ ਹੈ, ਦੇਸ਼ ਨੂੰ ਵੀ ਐਡਰੈਸ ਕਰਨਾ ਪੈਣਾ ਹੈ। ਜੇ ਦੇਸ਼ 'ਚ ਫੈਡਰਲ ਸਟਰਕਚਰ ਨਾ ਆਇਆ, ਸੈਂਟਰਲਾਈਜੇਸ਼ਨ ਆਈ, ਤਾਂ ਉਹੀ ਚੀਜ਼ਾਂ ਹੋਣਗੀਆਂ। ਭਾਵੇਂ ਪਹਿਲਾਂ ਕਾਂਗਰਸ ਨੇ ਪੰਜਾਬ ਨਾਲ ਕੀਤਾ, 84 ਹੋਇਆ, ਭਾਵੇਂ ਬਾਬਰੀ ਮਸਜਿਦ ਤੇ ਫਿਰ ਗੋਧਰਾ ਹੋਇਆ, ਬੀਜੇਪੀ ਨੇ ਕੀਤਾ। ਕੋਈ ਵੀ ਸੈਂਟਰਲਿਸਟ ਜਿਹੜੀ ਧਿਰ ਹੈ ਉਹ ਉਹੀ ਕੰਮ ਕਰੇਗੀ। ਫੈਡਰਲਿਜ਼ਮ ਦਾ ਸਟਰਕਚਰ ਇਸੇ ਕਰਕੇ ਪੰਜਾਬ ਦੇਸ਼ ਨੂੰ ਅਗਵਾਈ ਦੇ ਰਿਹਾ ਕਿ ਆਓ ਰਲ ਕੇ ਲੜੀਏ ਇਹ ਸਾਰੇ ਮਾਮਲੇ ਦੇ ਵਿੱਚ। ਔਰ ਇਸੇ ਤਰ੍ਹਾਂ ਇੰਪਾਵਰਮੈਂਟ ਆਫ ਪੀਪਲ ਦਾ ਸਟਰਕਚਰ, ਤਾਕਤਾਂ ਹੇਠਾਂ ਵਿਕੇਂਦਰਿਤ ਕਿਵੇਂ ਹੋਣ, ਉਹ ਕਿਵੇਂ ਡਿਸਾਈਡ ਕਰਨ ਉਸ ਪੱਧਰ ਦੇ ਉੱਤੇ। ਔਰ ਇਸੇ ਕਰਕੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਮੈਨੂੰ ਲੱਗਦਾ ਉਧਰ ਨੂੰ ਜਾਏਗੀ ਤੇ ਸਿਆਸੀ ਚੇਂਜ ਆਉਣਾ ਮਸਟ ਹੈ, ਨਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਕੀ ਪੰਜਾਬ ਬਹੁਤ ਦੇਰ ਤੋਂ ਇੱਕ ਬਦਲ ਦੀ ਤਲਾਸ਼ 'ਚ ਹੈ। ਜਦ ਮਨਪ੍ਰੀਤ ਨੇ ਪਾਰਟੀ ਬਣਾਈ ਸੀ, ਕਿਵੇਂ ਹਜੂਮ ਨੌਜਵਾਨ ਆਏ ਵੱਡੇ ਪੱਧਰ ਦੇ ਉੱਤੇ। ਔਰ ਜਦੋਂ ਉਦੋਂ ਬਾਅਦ ਫਿਰ ਆਪ ਦਾ ਇੱਥੇ ਅੰਨਾ ਅੰਦੋਲਨ ਸੀ, ਪੰਜਾਬ 'ਚ ਅੰਦੋਲਨ ਵੀ ਨਹੀਂ ਸੀ, 4 MP ਜਿਤਾਤੇ, ਇੱਕ ਵੱਡੀ ਪਾਰਟੀ ਬਣਾਤੀ। ਉਹ ਇਹ ਤਾਂ ਹੁਣ ਆਪਦਾ ਅੰਦੋਲਨ ਹੈ ਪੰਜਾਬੀਆਂ ਦਾ, ਇਹਦਾ ਤਾਂ ਕੋਈ ਮਤਲਬ ਨਹੀਂ। ਇਹਦੇ 'ਚੋਂ ਪੈਦਾ ਨਾ ਹੋਵੇ ਤਾਂ ਸੰਭਾਵਨਾ ਹੈ ਹੀ ਨਹੀਂ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਤਾਂ ਜਿਹੜੇ ਅੰਦੋਲਨ ਦੇ ਵਿੱਚ ਸਾਡੀ ਸਿੱਧੀ ਭਾਗੀਦਾਰੀ ਇੰਨੀ ਨਹੀਂ ਸੀ, ਮੈਂ ਨਹੀਂ ਕਹਿੰਦਾ ਜਮਾ ਨਹੀਂ ਸੀ, ਪਰ ਇੰਨੀ ਨਹੀਂ ਸੀ। ਉਹਦੇ ਵਿੱਚ ਵੀ ਅਸੀਂ ਤਾਂ ਕੱਢਿਆ ਬਹੁਤ ਕੁਛ ਹੈ ਨਾ, ਆਪਦੇ ਵੱਲੋਂ ਕੋਸ਼ਿਸ਼ ਕੀਤੀ, ਪਰ ਇਹਦੇ 'ਚ ਤਾਂ ਹੋਊਗੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਅੰਦੋਲਨ ਦੀ ਇਹ ਅੰਦੋਲਨ ਨੇ ਹਜ਼ਾਰਾਂ ਆਗੂ ਪੈਦਾ ਕਰ ਦਿੱਤਾ। ਇਹ ਤੋਂ ਪਹਿਲਾਂ ਜਿਹੜਾ ਬੰਦਾ 140 ਨਾਕਿਆਂ ਤੇ ਬੈਠਾ, ਉੱਥੇ ਰੋਜ਼ ਬੰਦੇ ਲਿਆਉਣੇ, ਰੋਜ਼ ਬੋਲਣਾ, ਰੋਜ਼ ਅਗਵਾਈ ਕਰਨਾ, ਕੱਲਾ ਇੱਥੇ ਨਹੀਂ ਚੱਲ ਰਿਹਾ, ਉੱਥੇ ਵੀ ਚੱਲ ਰਿਹਾ, ਉਹ ਆਗੂ ਹੈ। ਹਰ ਪਿੰਡ ਆਗੂ ਪੈਦਾ ਹੋ ਗਏ, ਹਰ ਮਹੱਲੇ ਆਗੂ ਪੈਦਾ ਹੋ ਗਏ। ਆਗੂਆਂ ਦੀ ਲੋੜ ਹੁੰਦੀ ਹੈ, ਹੋਰ ਕੀ ਹੈ, ਜਿਹੜਾ ਅਗਵਾਈ ਕਰੇ ਲੋਕਾਂ ਦੇ ਨਾਲ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਜੀ, ਮਿਹਰਬਾਨੀ। ਸੋ ਬਿਲਕੁਲ ਇਹ ਲੜਾਈ ਹੈ ਨਾ ਜਿਹੜੀ, ਉਹਨੂੰ ਕੱਲਾ ਐ ਨਹੀਂ ਹੁੰਦਾ ਵੀ ਇੱਕ ਆਪਾਂ ਪਾਸੇ ਤੋਂ ਹੀ ਦੇਖ ਸਕਦੇ ਹਾਂ। ਕੱਲੀ ਖੇਤੀ ਦੀ ਗੱਲ ਹੈ, ਖੇਤੀ ਸਾਡੀ ਪੂਰੀ ਜੀਵਨ ਜਾਂਚ ਦਾ ਇੱਕ ਹਿੱਸਾ, ਵੱਡਾ ਹਿੱਸਾ ਉਹ ਪ੍ਰਭਾਵਿਤ ਕਰਦਾ, ਪਰ ਉਹਦੇ ਨਾਲ ਬਾਕੀ ਜੁੜੀਆਂ ਚੀਜ਼ਾਂ ਵੀ ਓਨੀਆਂ ਜ਼ਰੂਰੀ ਹੈ ਤੇ ਸਾਰੀਆਂ ਮਿਲ ਕੇ ਹੀ ਇੱਕ ਪਿੰਡ ਨੂੰ ਬਣਾਉਂਦੀਆਂ, ਜਿਹਦਾ ਵਸਿਆ ਰਹਿਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਧੰਨਵਾਦ ਜੀ।